मैं अज तक ना खेडते समय, ना नौकरी करते समय, ना पोलीटिकल सिस्टम च मैं कभी किसी के प्रैशर थले नहीं आया। नवंबर एंड तक 20,000 टीचर भर्ती कर रहे। ਸਿੰਗਲਾ ਸਾਹਿਬ भी यही सानू कहते रहे ने कि 31 मार्च 2022 तक जिन्नी भी वैकेंसी रिटायरमेंट होंदी हैगी ਅਸੀਂ ਉਹ ਤੁਹਾਨੂੰ ਦੇਵਾਂਗੇ। और आने वाले समय च ਅਸੀਂ लगभग 5 ਲੱਖ ਬੱਚਿਆਂ ਨੂੰ ਖੇਡਾਂ ਦਾ ਸਮਾਨ ਦੇ ਰਹੇ ਤਾਂ ਕਿ ਇਹੋ ਜਿਹਾ এনवायरमेंट ਕ੍ਰੀਏਟ ਕਰ ਸਕੀਏ। ਭੈਣਾਂ ਦੀਆਂ ਚੁੰਨੀਆਂ ਤਾਰੀਆਂ ਜਾਂਦੇ ਨੇ, ਕਹਿਣ ਦਾ ਮਤਲਬ ਹੈਗਾ ਪ੍ਰਸ਼ਾਸਨ ਜਿੱਥੇ ਵੀ ਅਸੀਂ ਆਪਣਾ ਸੰਘਰਸ਼ ਕਰਦੇ ਹਾਂ ਪ੍ਰਸ਼ਾਸਨ ਵੱਲੋਂ ਵੀ ਸਾਡੇ ਨਾਲ ਜ਼ਿਆਦਤੀ ਕੀਤੀ ਜਾਂਦੀ ਹੈ। ਇਹ ਜਿਹੜੀ ਸਾਡੀ ਡਰੱਗਸ ਵਾਲੀ ਪ੍ਰੋਬਲਮ ਹੈ ਜਾਂ ਦੂਜੀਆਂ ਪ੍ਰੋਬਲਮ ਹੈ ਦੁਨੀਆ ਦੇ ਉੱਤੇ ਤਾਂ ਹੀ ਖਤਮ ਹੋਈਆਂ ਜਦੋਂ ਵੀ ਜਿੱਥੇ ਉੱਥੇ ਵੱਧ ਲੋਕਾਂ ਨੇ ਸਪੋਰਟਸ ਵੱਲ ਨੂੰ ਧਿਆਨ ਦਿੱਤਾ। ਪਟਿਆਲੇ ਦੇ ਵਿੱਚ ਪਹਿਲਾਂ ਕੈਪਟਨ ਸਰਕਾਰ ਹੈਗੀ ਉਹ ਕਰਦੀ ਰਹੀ ਹੈਗੀ, ਸੰਗਰੂਰ ਦੇ ਵਿੱਚ ਸੰਗਰੂਰ ਦਾ ਪ੍ਰਸ਼ਾਸਨ ਹੈ ਜਿਹੜਾ ਉਹ ਕਰਦਾ ਰਿਹਾ ਹੈਗਾ। ਹਰ ਐਕਸ਼ਨ ਦੇ ਵਿੱਚ ਸਾਡੇ ਸਾਥੀ ਹੈ ਜਿਹੜੇ ਉਹਨਾਂ ਦੀਆਂ ਪੱਗਾਂ ਦਸਤਾਰਾਂ ਉਤਾਰੀਆਂ ਜਾਂਦੀਆਂ ਨੇ। 1999 ਤੋਂ ਬਾਅਦ 1100 ਲੈਕਚਰਰ ਭਰਤੀ ਹੋ ਰਹੇ ਆ ਐਂਡ ਦੈਟ ਟੂ ਵੀ ਵਿਲ ਫਿਨਿਸ਼ ਇਟ ਇਨ ਅਪ ਟੂ ਨਵੰਬਰ ਐਂਡ 30th। 5 ਸਾਲ ਤੋਂ ਇਹਨਾਂ ਦੇ ਵਿਚਾਰ ਹੀ ਸੁਣਦੇ ਆ ਰਹੇ ਹੈਗੇ। ਪ੍ਰਸ਼ਾਸਨ ਆ ਜਿਹੜਾ ਉਹ ਵੀ ਬੜੀ ਜ਼ਿਆਦਤੀ ਕਰਦਾ ਗਾ। ਸਾਇੰਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਵੀ ਗਿੱਲ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਕੱਲ੍ਹ ਦੇ ਟੀਚਰਸ ਜੋ ਜਲੰਧਰ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ ਉਹ ਚੀਜ਼ ਨੂੰ ਦੇਖਦੇ ਹੋਏ ਅੱਜ ਟੀਚਰ ਸਾਹਿਬਾਨ ਜਲੰਧਰ ਦੇ ਗੋਲਡਨ ਐਵੀਨਿਊ ਦੇ ਵਿੱਚ ਪਹੁੰਚੇ ਨੇ ਕਿ ਇੱਥੇ ਅੱਜ ਪ੍ਰਗਟ ਸਿੰਘ ਹੁਣੀ ਇੱਕ ਗੋਲਡਨ ਐਵੀਨਿਊ ਦੇ ਵਿੱਚ ਪਾਰਕ ਦੇ ਵਿੱਚ ਓਪਨ ਜਿਮ ਦਾ ਉਦਘਾਟਨ ਕਰਨ ਆਏ ਸੀਗੇ ਤੇ ਗੱਲਬਾਤ ਕਰਦੇ ਆ ਪ੍ਰਗਟ ਸਿੰਘ ਹੁਣਾਂ ਦੇ ਨਾਲ ਤੇ ਟੀਚਰਾਂ ਦੇ ਨਾਲ। ਬਟ ਜਿੰਨੇ ਵੀ ਹੈਗੇ ਆ ਉਹਦੇ ਵਿੱਚ ਇਹੋ ਜਿਹੀਆਂ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ ਤਾਂ ਕਿ ਬੱਚੇ ਨਿਕਲ ਕੇ ਆਪਣੀ ਕਿਉਂਕਿ ਸਿਹਤ ਜਿਹੜਾ ਉਹਦੇ ਵੱਲ ਧਿਆਨ ਦੇ ਸਕਣ। ਕਿਉਂਕਿ ਅੱਜ ਕੱਲ੍ਹ ਟੈਕਨੋਲੋਜੀ ਦਾ ਜ਼ਮਾਨਾ, ਗੈਜਟਸ ਦਾ ਜ਼ਮਾਨਾ, ਬੱਚੇ ਘੱਟ ਜਿਹੜੇ ਆ ਗਰਾਊਂਡਸ ਦੇ ਵਿੱਚ ਆਉਂਦੇ ਆ। ਔਰ ਮੈਂ ਤਾਂ ਰਾਦਰ ਕਿ ਸਾਰੇ ਪੇਰੈਂਟਸ ਨੂੰ ਰਿਕੁਐਸਟ ਕਰੂੰਗਾ ਕਿ ਬੱਚਿਆਂ ਨੂੰ ਗਰਾਊਂਡਾਂ ਦੇ ਵਿੱਚ ਜ਼ਰੂਰ ਲੈ ਕੇ ਆਓ ਤਾਂ ਕਿ ਜਿਹੜਾ ਸਿਹਤ ਪੱਖੋਂ ਜਿਹੜੇ ਆ ਉਹ ਠੀਕ ਹੋ ਸਕਣ। ਤੇ ਪੰਜਾਬ ਸਰਕਾਰ ਕੀ ਉਪਰਾਲੇ ਕਰ ਰਹੀ ਹੈ ਜਿਹੜੇ ਜਲੰਧਰ ਦੇ ਵਿੱਚ ਇਸ ਤਰ੍ਹਾਂ ਦੇ? ਦੇਖੋ ਜਿਹੜੀ ਤਾਂ ਸਪੋਰਟਸ ਮਹਿਕਮੇ ਦੀ ਗੱਲ ਹੈ ਉਹ ਤਾਂ ਸਪੈਸ਼ਲਾਈਜੇਸ਼ਨ ਤੇ ਸੁਪਰ ਸਪੈਸ਼ਲਾਈਜੇਸ਼ਨ ਦੇ ਵਿੱਚ ਹੈਗੀ ਆ ਕਿਉਂਕਿ ਉਹ ਕਮਿਊਨਿਟੀ ਇਹ ਬੇਸਿਕਲੀ ਕਾਰਪੋਰੇਸ਼ਨਸ ਦਾ ਕੰਮ ਹੈਗਾ। ਬਟ ਜਿੰਨਾ ਕੁ ਵੀ ਸਾਡੇ ਕੋਲੋਂ ਵੀ ਕਿਉਂਕਿ ਜਿਹੜਾ ਐਜੂਕੇਸ਼ਨ ਹੈ ਐਜੂਕੇਸ਼ਨ ਦੇ ਵਿੱਚ ਵੀ ਮੇਰੀ ਇਹ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਕਿਉਂਕਿ 30 ਲੱਖ ਬੱਚਾ ਜਿਹੜਾ ਐਜੂਕੇਸ਼ਨ ਸਿਸਟਮ ਦੇ ਵਿੱਚ ਹੈਗਾ ਔਰ ਸਾਡੇ ਕੋਲ 5,500 ਫਿਜ਼ੀਕਲ ਐਜੂਕੇਸ਼ਨ ਟੀਚਰ ਵੀ ਹੈਗੇ ਆ। ਬਟ ਅਨਫੋਰਚੂਨੇਟਲੀ ਉਹ ਪਿਛਲੇ ਕਾਫੀ ਸਮੇਂ ਤੇ ਬਲੈਕ ਬੋਰਡ ਤੇ ਖਿਡਾਉਣ ਲੱਗ ਪਏ ਕਿਉਂਕਿ ਜੇ ਅਸੀਂ ਗਰਾਊਂਡਾਂ 'ਚ ਨਹੀਂ ਜਾਵਾਂਗੇ ਕਿਉਂਕਿ ਇਨਫਰਾਸਟ੍ਰਕਚਰ ਕ੍ਰੀਏਟ ਵੀ ਕੀਤਾ, ਗਰਾਊਂਡਾਂ ਬਣੀਆਂ ਵੀ ਹੈਗੀਆਂ ਲੇਕਿਨ ਉਹਨਾਂ ਦਾ ਉਨਾ ਆਪਟੀਮਮ ਯੂਜ਼ ਨਹੀਂ ਹੋ ਰਿਹਾ ਜਿੰਨਾ ਉਹਨੂੰ ਕਰਨਾ ਚਾਹੀਦਾ। ਔਰ ਆਉਣ ਵਾਲੇ ਸਮੇਂ 'ਚ ਅਸੀਂ ਲਗਭਗ 5 ਲੱਖ ਬੱਚਿਆਂ ਨੂੰ ਖੇਡਾਂ ਦਾ ਸਮਾਨ ਦੇ ਰਹੇ ਤਾਂ ਕਿ ਇਹੋ ਜਿਹਾ এনवायरमेंट ਕ੍ਰੀਏਟ ਕਰ ਸਕੀਏ। ਕਿਉਂਕਿ ਮੈਂ ਹਮੇਸ਼ਾ ਇਹ ਦੇਖਿਆ ਵੀ ਜਦੋਂ ਵੀ ਜਿੱਥੇ ਵੀ ਖੇਡਾਂ ਦਾ ਸਮਾਨ ਵੱਧ ਹੋਇਆ ਕਿਉਂਕਿ ਐਂਡ ਆਫ ਦਾ ਡੇ ਤਾਂ ਅਸੀਂ ਬੱਚੇ ਨੂੰ ਕਿਸੇ ਚੰਗੇ ਪਾਸੇ ਲਾਉਣੇ, ਹੀ ਵਿਲ ਪਲੇ ਵਿਦ ਦੋਜ਼ ਗੇਮਸ। ਸੋ ਉਹ ਇੱਕ এনवायरमेंट ਕ੍ਰੀਏਟ ਹੋਊਗਾ ਪੰਜਾਬ ਦੇ ਵਿੱਚ ਤਾਂ ਕਿ ਇਹ ਜਿਹੜੀ ਸਾਡੀ ਡਰੱਗਸ ਵਾਲੀ ਪ੍ਰੋਬਲਮ ਹੈ ਜਾਂ ਦੂਜੀਆਂ ਪ੍ਰੋਬਲਮ ਹੈ ਦੁਨੀਆ ਦੇ ਉੱਤੇ ਤਾਂ ਹੀ ਖਤਮ ਹੋਈਆਂ ਜਦੋਂ ਵੀ ਜਿੱਥੇ ਉੱਥੇ ਵੱਧ ਲੋਕਾਂ ਨੇ ਸਪੋਰਟਸ ਵੱਲ ਨੂੰ ਧਿਆਨ ਕੀਤਾ। ਸਰ ਹੁਣ ਸਿੱਖਿਆ ਦੀ ਜੇ ਗੱਲ ਕਰੀਏ ਸਿੱਖਿਆ ਦਾ ਮੰਗ ਕੇ ਪਰ ਕੱਲ੍ਹ ਦੇ ਜਿਹੜੇ ਅਧਿਆਪਕ ਹੈ ਜਲੰਧਰ ਦੇ ਸਾਡੇ ਘਰ ਦੇ ਬਾਹਰ ਵੀ ਪ੍ਰਦਰਸ਼ਨ। ਹਾਂ ਡੈਫੀਨੇਟਲੀ। ਦੇਖੋ ਮੈਂ ਪਿਛਲੇ ਮੇਰਾ ਖਿਆਲ ਆਲਮੋਸਟ 1 ਮਹੀਨਾ ਹੋ ਗਿਆ ਮੈਂ ਉਹਦੇ ਤੇ ਕੰਮ ਕਰ ਰਿਹਾ ਕਿਉਂਕਿ ਜੇ ਆਪਾਂ ਕਹੀਏ ਕਿ ਮੈਂ ਓਵਰਨਾਈਟ ਇਹਨੂੰ ਠੀਕ ਕਰ ਲੂੰਗਾ ਸ਼ਾਇਦ ਪੋਸੀਬਲ ਨਹੀਂ ਹੈਗਾ। ਲੇਕਿਨ ਅਸੀਂ ਨਵੰਬਰ ਐਂਡ ਤੱਕ 20,000 ਟੀਚਰ ਭਰਤੀ ਕਰ ਰਹੇ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ। ਬਟ ਕੁਝ ਕੈਟਾਗਰੀਜ਼ ਇਹੋ ਜਿਹੀਆਂ ਹੈਗੀਆਂ ਜਿਨ੍ਹਾਂ ਦਾ ਆਪਸ ਵਿੱਚ ਇਹਨਾਂ ਦਾ ਕਨਫਲਿਕਟ ਹੈ। ਮੈਨੂੰ ਲੱਗਦਾ ਕਿ ਜਿੱਦਣ 20,000 ਦੀ ਭਰਤੀ ਹੋ ਗਈ ਔਰ ਮੈਨੂੰ ਇਹ ਲੱਗਦਾ ਕਿ ਰਿਕਾਰਡ ਟਾਈਮ ਦੇ ਵਿੱਚ ਹੋਊਗੀ। ਜਿਹੜੇ ਸਾਡਾ ਹਾਇਰ ਐਜੂਕੇਸ਼ਨ ਆ ਉਹਦੇ ਵਿੱਚ 1999 ਤੋਂ ਬਾਅਦ 1100 ਲੈਕਚਰਰ ਭਰਤੀ ਹੋ ਰਹੇ ਆ ਐਂਡ ਦੈਟ ਟੂ ਵੀ ਵਿਲ ਫਿਨਿਸ਼ ਇਟ ਇਨ ਅਪ ਟੂ ਨਵੰਬਰ ਐਂਡ 30th। ਸੋ ਇੰਨੇ ਛੋਟੇ ਸਮੇਂ ਦੇ ਵਿੱਚ ਔਰ ਉਹਦੇ ਲਈ ਬਾਲ ਰੋਲਿੰਗ ਮੈਂ ਨਹੀਂ ਕਹਿੰਦਾ ਕਿ ਇਹ ਜਿਹੜਾ ਇੰਨਾ ਸੌਖਾ ਕੰਮ ਹੈ ਕਿਉਂਕਿ ਮੈਂ 18-20 ਘੰਟੇ ਕੰਮ ਕਰਦਾ ਔਰ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੈ ਕਿ ਆਪਾਂ ਇਹਨੂੰ ਹੋਰ ਨਹੀਂ ਕਰ ਸਕਦੇ। ਸਰਦੀ ਦਾ ਮੌਸਮ ਹੈ ਇਹ ਵੀ ਉੱਤੇ ਅੱਜ ਮਿਲਿਆ ਮੈਂ ਤਾਂ ਲਗਭਗ ਮਿਲ ਹਟਿਆ। ਮੈਂ ਤਾਂ 100 ਯੂਨੀਅਨ ਨੂੰ ਮਿਲ ਹਟਿਆ। ਵੈਸੇ ਇਹਨਾਂ ਦੀਆਂ ਓਰੀਜਨਲੀ 32-33 ਯੂਨੀਅਨ ਹੈ ਬਟ ਉਹ ਕਿਉਂਕਿ ਆਪਸ ਵਿੱਚ ਕਨਫਲਿਕਟ ਹੈਗਾ ਮੈਂ ਲਗਭਗ ਸਾਰਿਆਂ ਨੂੰ ਕਈ ਤਾਂ 3 ਰਾਊਂਡ ਵੀ ਮਿਲ ਚੁੱਕਿਆ। ਹੁਣ ਅਲਟੀਮੇਟਲੀ ਤਾਂ ਕੰਮ ਹੀ ਕਰਨਾ ਪਊਗਾ ਨਾ ਕਿਉਂਕਿ ਸਾਡੇ ਬੱਚੇ ਹੈਗੇ ਆ। ਮੈਂ ਇਹਨਾਂ ਨੂੰ ਕਿਹਾ ਯਾਰ ਵੀ ਸਾਨੂੰ ਕੰਮ ਤਾਂ ਕਰ ਲੈਣ ਦਈਏ ਨਾ
ਕਿਉਂਕਿ ਜੇ ਮੰਨ ਲਓ ਹਰ ਸ਼ਹਿਰ ਦੇ ਵਿੱਚ, ਹਰ ਜ਼ਿਲ੍ਹੇ ਦੇ ਵਿੱਚ ਜਦੋਂ ਮੈਂ ਜਾਂਦਾ ਉੱਥੇ 20-25-30, ਉੱਥੇ 20-25-30 ਮੈਂ ਆਮ ਲੋਕਾਂ ਨੂੰ ਕਦੋਂ ਮਿਲੂੰਗਾ? ਸੋ ਇਸ ਕਰਕੇ ਸਾਨੂੰ ਕਿਤੇ ਨਾ ਕਿਤੇ ਜਿਹੜੀ ਐਜੂਕੇਟਡ ਸੁਸਾਇਟੀ ਆ, ਯੈਸ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇਹ ਬੱਚੇ ਨੌਕਰੀ ਚਾਹੁੰਦੇ ਆ, ਬੱਚਿਆਂ ਨੂੰ ਨੌਕਰੀ ਮਿਲਣੀ ਵੀ ਚਾਹੀਦੀ ਹੈ, ਬਟ ਦੇਰ ਆਰ ਸਮ ਪੈਰਾਮੀਟਰਸ। ਉਸ ਪੈਰਾਮੀਟਰ ਦੇ ਵਿੱਚੋਂ ਤਾਂ ਕੋਈ ਵੀ ਬਾਹਰ ਨਹੀਂ ਜਾ ਸਕਦਾ ਨਾ। ਪੋਲੀਟੀਸ਼ੀਅਨ ਕੋਈ ਇਦਾਂ ਦਾ ਹੈ ਨਹੀਂਗਾ ਵੀ ਹਾਂ ਵੀ ਉਹ ਲਿਖ ਕੇ ਦੇ ਦੇਵੇ ਵੀ ਤੈਨੂੰ ਅੱਜ ਤੋਂ ਨੌਕਰੀ। ਜਿੱਥੇ ਟੀਚਰਸ ਸਿੱਖਿਆ ਮੰਤਰੀ ਇੱਥੇ ਉਦਘਾਟਨ ਕਰਨ ਆਏ ਸੀਗੇ, ਉਹਨਾਂ ਦੇ ਨਾਲ ਮਿਲਣ ਦੇ ਲਈ ਇਹ ਟੀਚਰ ਸਾਹਿਬਾਨ ਇੱਥੇ ਪਹੁੰਚ ਚੁੱਕੇ ਨੇ। ਤੁਸੀਂ ਦੇਖ ਸਕਦੇ ਹੋ ਕਿ BA ਟੈਟ ਪਾਸ ਅਧਿਆਪਕ ਜੋ ਇੱਥੇ ਪਹੁੰਚ ਚੁੱਕੇ ਨੇ। ਠੀਕ ਹੈ ਨਾ, ਅਲੱਗ-ਅਲੱਗ ਮਹਿਕਮਿਆਂ ਦੀਆਂ ਅਲੱਗ-ਅਲੱਗ ਉਹ ਪਾਲਿਸੀਜ਼ ਆ ਰਹੀਆਂ, ਮਤਲਬ ਵੈਕੈਂਸੀਜ਼ ਆ ਰਹੀਆਂ ਹੈਗੀਆਂ। ਉਹਨਾਂ ਨੇ ਮੈਨੂੰ ਕਿਹਾ ਵੀ ਹਫ਼ਤੇ ਕੁ ਦੇ ਵਿੱਚ ਅਸੀਂ ਤੁਹਾਨੂੰ ਐਗਜ਼ੈਕਟਲੀ ਦੱਸ ਦੇਵਾਂਗੇ ਵੀ 31 ਮਾਰਚ 2022 ਤੱਕ ਸਾਡੇ ਕੋਲ ਕੀ ਹੈਗਾ ਜੀ। ਠੀਕ ਹੈ ਨਾ, ਕਿਉਂਕਿ ਹੁਣ ਜਿਹੜਾ ਆਪਣਾ ਆਹ 23-64 ਵਾਲਾ ਜਿਹੜਾ ਕੇਸ ਪਰਸੋਂ ਲੱਗਿਆ ਸੀ, ਕੱਲ ਵੀ ਬਹਿਸ ਹੋਈ ਆ, ਅੱਜ ਫੇਰ ਲੱਗਿਆ ਆ। ਅੱਛਾ, ਨਹੀਂ ਤਾਂ ਉਹਦੇ ਤੇ 2 ਮਹੀਨਿਆਂ ਦੀ ਡੇਟ ਵੀ ਲਈ ਜਾ ਸਕਦੀ ਸੀ। ਠੀਕ ਹੈ ਨਾ, ਇਹਦੇ ਤੋਂ ਮਤਲਬ ਇਹਦਾ ਮਤਲਬ ਇਹ ਆ ਕਿ ਸੀਰੀਅਸਨੈਸ ਜਿਹੜੀ ਆ ਉਹ ਕਿੰਨੀ ਹੈਗੀ ਆ। ਠੀਕ ਹੈ ਨਾ, ਕਿਉਂਕਿ ਮੈਨੂੰ ਇਹ ਆ ਕਿ ਇੱਕ ਉਹ 2,500 ਬੱਚਾ ਉਹ ਲੱਗ ਜਾਵੇ, 6635 ਵਾਲੀਆਂ ਉਹ ਲੱਗ ਜਾਵੇ, 8300 ਲਗਭਗ ਇਹ 20,000 ਬੱਚਾ ਉਹਦੇ 'ਚ ਐਡਜਸਟ ਹੋ ਜਾਵੇ। ਸਰ ਉਹਦੇ ਵਿੱਚ ਨਵੀਂ ਨਹੀਂ ਹੈਗੀ, ਸਾਡੀ ਨਹੀਂ ਹੈਗੀ। ਅਸੀਂ ਨਹੀਂ ਨਾ ਬੀਐਡ ਦੇ ਨਹੀਂ ਨਾ ਮੈਂ ਸਮਝ ਨਹੀਂ, ਮੈਂ ਕਹਿਣ ਡਿਆ ਵੀ ਉਹਦੇ ਤੋਂ ਇਲਾਵਾ ਹੁਣ ਦੇਖੋ ਉਹਦੀ ਭਰਤੀ ਲਈ ਪ੍ਰੋਸੈਸ ਤਾਂ ਆਪਾਂ ਨੂੰ ਕਰਨਾ ਹੀ ਪਊਗਾ। ਉਹਦੇ ਤੋਂ ਇਲਾਵਾ ਜੋ ਸਾਡੇ ਕੋਲ ਨਿਕਲਿਆ 31 ਮਾਰਚ 2022 ਤੱਕ, ਉਹ ਮੈਂ ਉਹਨਾਂ ਨੂੰ ਕਹਿਤਾ ਵੀ ਮੈਨੂੰ ਹਫ਼ਤੇ ਕੁ ਦੇ ਵਿੱਚ ਕੱਢ ਕੇ ਦਿਓ ਵੀ ਤਾਂ ਕਿ ਮੈਂ ਇਹਨੂੰ ਕੈਬਨਿਟ 'ਚ ਲਿਜਾਵਾਂ। ਕੈਬਨਿਟ 'ਚ ਲਿਜਾ ਕੇ ਜਿਹੜੇ ਪ੍ਰੋਫੈਸ਼ਨ ਦੇ ਜਿਹੜੇ ਬੱਚੇ ਆਪਾਂ ਉਹਦੇ ਵਿੱਚ ਹੋ ਸਕਦੇ ਆ ਉਹਨੂੰ ਆਪਾਂ ਭਰਤੀ ਕਰੀਏ। ਗੱਲ ਤਾਂ ਨਹੀਂ ਉਹਦੇ ਵਿੱਚ ਪੰਜਾਬੀ SST ਦੀ ਪੋਸਟ ਨਹੀਂ ਆਈ, ਇਸ ਕਰਕੇ ਅਸੀਂ ਤੁਹਾਡੀ ਬੇਨਤੀ ਕਰਨ ਆਏ ਤੁਹਾਡੇ ਨਾਲ। ਛੋਟੇ ਵੀਰ, ਮੈਂ ਤਾਂ ਇਹ ਕਹਿਣ ਡਿਆ, ਮੈਂ ਉਹਨਾਂ ਨੂੰ ਕਿਹਾ ਜੋ ਸਾਡੇ ਕੋਲ ਹੈਗਾ। ਠੀਕ ਹੈ ਨਾ, ਸਾਨੂੰ ਸਰ ਬਹੁਤ ਉਮੀਦ ਆ ਤੁਹਾਡੇ ਯਾਰ। ਮੈਂ ਦੇਖੋ ਗੱਲ ਇਹ ਆ, ਇੱਕ ਕੰਮ ਕਰਿਆ ਕਰੋ, ਮੇਰੇ ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ ਨੂੰ ਮੈਂ ਫੀਲਡ 'ਚ ਹੁੰਦਾ। ਠੀਕ ਆ, ਸ਼ੁੱਕਰ, ਸ਼ਨੀਚਰ, ਐਤਵਾਰ ਨੂੰ ਮੈਂ ਆਪਣੇ ਹਲਕੇ 'ਚ ਹੁੰਦਾ। ਮੈਂ ਆਪਣੇ ਹਲਕੇ ਦਾ ਵੀ ਕਿਤੇ ਨਾ ਕਿਤੇ। ਠੀਕ ਹੈ, ਜਦੋਂ ਤੁਸੀਂ ਹਰ ਦਿਨ ਮਤਲਬ ਮੈਂ 18 ਘੰਟੇ, ਦੇਖੋ ਮੈਂ 18 ਘੰਟੇ ਤੋਂ ਛੋਟੇ ਵੀਰ ਵੱਧ ਕੰਮ ਨਹੀਂ ਕਰ ਸਕਦਾ। 18 ਘੰਟੇ ਕਰ ਰਿਹਾ। ਰਾਤੀ ਮੈਨੂੰ ਲੱਗਦਾ ਮੈਂ 11:30 12 ਪਹੁੰਚਾ ਸੀ। ਅੱਜ ਬੜੇ ਦਿਨਾਂ ਬਾਅਦ ਜਿਮ ਜਾ ਕੇ ਆਇਆ। ਠੀਕ ਹੈ ਨਾ। ਚਲੋ ਬਾਕੀ ਸਰ ਲਾਸਟ ਰਿਕੁਐਸਟ ਆ, ਹੁਣ ਤੁਸੀਂ ਇਹ ਗੱਲ ਨਾਲ ਸਹਿਮਤ ਵੀ ਨਹੀਂ ਹੋਣੇ। ਮਨੀਸ਼ ਸਾਥੀ ਸਾਡਾ, ਦੇਖੋ ਤੁਹਾਨੂੰ ਮਜਬੂਰੀ ਪਾਸੇ ਕਰਨਾ ਪੈ ਰਿਹਾ ਕਿ ਮਨੀਸ਼ ਸਾਡਾ, ਜੇ ਸਾਡੀ ਕੋਈ ਵੈਕੈਂਸੀ ਦਾ ਕੁਛ ਨਾ ਕੁਛ ਜਲਦੀ ਆ ਵੀ ਅਸੀਂ ਉਹਨੂੰ ਉਤਾਰੀਏ। ਉਹ ਬੱਸ ਸਟੈਂਡ ਟੈਂਕੀ ਤੇ ਚੜਿਆ ਹੋਇਆ। ਯਾਰ ਦੇਖੋ ਛੋਟੇ ਵੀਰ, ਇੱਕ ਮੈਂ ਤੁਹਾਨੂੰ ਦੱਸਾਂ, ਮੇਰੇ ਤੇ ਨਾ ਕਿਸੇ ਗੱਲ ਦਾ ਪ੍ਰੈਸ਼ਰ ਨਹੀਂ ਹੁੰਦਾ। ਮੈਂ ਅੱਜ ਤੱਕ ਨਾ ਖੇਡਦੇ ਸਮੇਂ, ਨਾ ਨੌਕਰੀ ਕਰਦੇ ਸਮੇਂ, ਨਾ ਪੋਲੀਟੀਕਲ ਸਿਸਟਮ 'ਚ ਮੈਂ ਕਦੀ ਕਿਸੇ ਦੇ ਪ੍ਰੈਸ਼ਰ ਥੱਲੇ ਨਹੀਂ ਆਇਆ। ਠੀਕ ਆ ਨਾ, ਮੈਂ ਤਾਂ ਗੱਲ ਜੈਨੂਅਨ ਕਰੂੰਗਾ। ਠੀਕ ਆ, ਮੈਰਿਟ ਦੇ ਵਿੱਚ ਹੋ ਸਕਦਾ ਤੂੰ ਵੀ ਆ ਜਾਵੇਂ, ਮੈਰਿਟ 'ਚ ਹੋ ਸਕਦਾ ਹੋਰ ਕੋਈ ਵੀ ਆ ਜਾਵੇ। ਜੇ ਮੇਰੇ ਤੇ ਇਹ ਗੱਲ ਕਹੋਗੇ, ਮੈਂ ਉਹਦੇ ਲਈ ਤਿਆਰ ਨਹੀਂ ਹੈਗਾ। ਦੇਖੋ ਗੱਲ ਯਾਰ ਛੋਟੇ ਵੀਰ, ਮੇਰੀ ਗੱਲ ਸੁਣ ਲਾ, ਉਹਦੇ 'ਚ ਆ ਜਾਵੇ ਜਿਹੜਾ ਵੀ। ਦੇਖੋ ਤੁਸੀਂ ਵੀ ਮੈਰਿਟ ਚਾਹੁੰਦੇ ਆ ਨਾ, ਤੁਸੀਂ ਵੀ ਚਾਹੁੰਦੇ ਆ ਕੋਈ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਜਦੋਂ ਮੈਂ ਤੁਹਾਨੂੰ ਇਹ ਕਹਿਣ ਡਿਆ। ਅੱਛਾ, ਹੁਣ ਜੇ ਫਿਰ ਉਹੀ ਟੈਂਕੀ ਤੇ ਕੋਈ ਚੜਿਆ ਰਵੇ ਤਾਂ ਫਿਰ ਦੇਖੋ ਇਹਦੇ 'ਚ ਹੁਣ ਮੰਨ ਲਓ ਮੇਰੇ ਘਰ ਕੱਲ ਸੀ ਯਾਰ, ਮੇਰੇ ਮਾਪਿਓ ਉੱਥੇ ਹੈਗੇ ਆ, ਬਜ਼ੁਰਗ ਹੈਗੇ ਆ। ਅੱਛਾ, ਉੱਥੇ ਬੇਸਿਕਲੀ ਆਪਾਂ ਕਿਉਂ ਇਸ ਗੱਲ ਦੀ ਝੜਪ ਕਰਦੇ ਆ ਜਾਂ ਇਦਾਂ ਦੀਆਂ ਚੀਜ਼ਾਂ ਕਿਉਂ ਕਰਦੇ ਆ? ਅੱਛਾ, ਮੇਰੇ ਨਾਲ, ਮੈਂ ਤੁਹਾਡੇ ਨਾਲ, ਤੁਸੀਂ ਹੁਣ ਮੇਰੇ ਨਾਲ ਗੱਲ ਕਰ ਰਹੇ ਆ, ਮੈਂ ਕਰ ਰਿਹਾ ਜੀ। ਠੀਕ ਹੈ ਨਾ, ਪਰ ਜੇ ਆਪਾਂ ਇਦਾਂ ਦਾ ਬਿਹੇਵ ਕਰਾਂਗੇ ਫਿਰ ਆਪਾਂ ਕਿੱਦਾਂ ਗਾਂਹ ਤੁਰਾਂ? ਸੋ ਬਿਲਕੁਲ ਟੀਚਰਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ। ਕਿਵੇਂ ਦੇਖਦੇ ਹੋ ਕਿ ਅੱਜ ਤੁਹਾਡੀ ਗੱਲਬਾਤ ਹੋਈ ਹੈ ਪ੍ਰਗਟ ਸਿੰਘ ਹੁਣਾਂ ਦੇ ਨਾਲ? ਪਿਛਲੇ 5 ਸਾਲ ਤੋਂ ਜਦੋਂ ਕੈਪਟਨ ਸਰਕਾਰ ਰਹੀ ਹੈ, ਜਦੋਂ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਸਾਹਿਬ ਸੀਗੇ, ਸਾਡਾ BA ਟੈਟ ਪਾਸ ਯੂਨੀਅਨ ਦੀ ਜਿਹੜੀ ਡਿਮਾਂਡ ਰਹੀ ਹੈ ਕਿ ਉਹ ਇਹ ਰਹੀ ਹੈ ਕਿ ਆਪਣਾ SST ਪੰਜਾਬੀ, ਹਿੰਦੀ, ਇਹਨਾਂ ਵਿਸ਼ਿਆਂ ਦੀਆਂ ਪੋਸਟਾਂ ਜਿਹੜੀਆਂ ਨਾ ਮਾਤਰ ਆਈਆਂ ਨੇ, ਸਿਰਫ 1-1 2-2, ਤੇ ਸਾਡੇ BEd ਕੇਡਰ ਦੇ ਵਿੱਚ ਜਿਹੜੀ ਵੱਡੀ ਗਿਣਤੀ ਦੇ ਸਟੂਡੈਂਟ ਨੇ ਉਹ ਇਹਨਾਂ ਵਿਸ਼ਿਆਂ ਦੇ ਨਾਲ ਹੀ ਸੰਬੰਧਿਤ ਨੇ। ਅਸੀਂ ਪੌਣੇ 5 ਸਾਲ ਤੋਂ ਆਪਦਾ ਜਿਹੜਾ ਸਟਰਗਲ ਆ, ਜਿਹੜਾ ਸੰਘਰਸ਼ ਨੇ ਇਹਨਾਂ ਸਰਕਾਰਾਂ ਦੇ ਵਿਰੁੱਧ ਵਿੱਢੇ ਹੋਏ ਨੇ। ਪਹਿਲਾਂ ਸੰਗਰੂਰ ਦੇ ਵਿੱਚ 9 ਮਹੀਨੇ ਅਸੀਂ ਵਿਜੇਂਦਰ ਸਿੰਗਲਾ ਜੀ ਨੇ ਉਹਨਾਂ ਦੀ ਕੋਠੀ ਅੱਗੇ ਵੀ ਮਤਲਬ ਘਿਰਾਓ ਕਰਕੇ ਰੱਖਿਆ ਉਹਨਾਂ ਦਾ। ਉੱਥੋਂ ਵੀ ਸਾਨੂੰ ਕੋਈ ਹੱਲ ਨਹੀਂ ਮਿਲਿਆ। ਹਰ ਵਾਰ ਅਸੀਂ ਐਕਸ਼ਨ ਕਰਦੇ ਆਂਗੇ, ਕੋਈ ਨਾ ਕੋਈ ਮੀਟਿੰਗ ਮਿਲ ਜਾਂਦੀ ਆ, ਸਾਥੀ ਮੀਟਿੰਗ ਕਰਨ ਜਾਂਦੇ ਨੇ, ਸਾਰਾ ਦਿਨ ਉੱਥੇ ਬਤੀਤ ਹੁੰਦਾ ਹੈਗਾ। ਦੇਖੋ ਬੇਰੁਜ਼ਗਾਰ ਯੂਨੀਅਨ ਆ ਸਾਡੀ, ਖਰਚੇ ਕਰਕੇ ਲੰਮੇ ਸਫ਼ਰ ਅਸੀਂ ਤੈਅ ਕਰਕੇ ਜਾਂਦੇ ਆ।
ਉੱਥੋਂ ਵੀ ਕੋਈ ਰਿਜ਼ਲਟ ਨਹੀਂ ਮਿਲਦਾਗਾ। ਪਹਿਲਾਂ ਤਾਂ ਮੀਟਿੰਗ ਹੁੰਦੀ ਨਹੀਂ, ਜੇ ਹੁੰਦੀ ਆ ਤਾਂ ਉਹਦਾ ਕੋਈ ਪੋਜੀਟਿਵ ਰਿਜ਼ਲਟ ਨਹੀਂ ਮਿਲਦਾ, ਫਾਈਲ ਫੜ ਲਈ ਜਾਂਦੀ ਹੈਗੀ, ਰੱਖ ਲਈ ਜਾਂਦੀ ਹੈ, ਹਾਂ ਤੁਹਾਡਾ ਮਸਲਾ ਹੱਲ ਕਰ ਦਿੱਤਾ ਜਾਵੇਗਾ। ਅਸੀਂ ਜਦੋਂ ਤੋਂ ਕੈਬਨਿਟ ਚੇਂਜ ਹੋਈ ਹੈਗੀ, ਸਿੱਖਿਆ ਮੰਤਰੀ ਪ੍ਰਗਟ ਸਿੰਘ ਜੀ ਆਏ ਨੇ, ਸਾਨੂੰ ਉਮੀਦ ਹੈ ਇਹਨਾਂ ਕੋਲੋਂ ਆਸ ਹੈਗੀ, ਚੰਨੀ ਸਾਹਿਬ ਨਵੇਂ CM ਬਣੇ ਨੇ, ਪਰ ਜਿੰਨਾ ਕਿ ਇਹਨਾਂ ਦਾ ਸਮਾਂ ਲੰਘਿਆਗਾ ਕਿਤੇ ਨਾ ਕਿਤੇ ਅਸੀਂ ਹੁਣ ਲੜਖੜਾ ਰਹੇ ਹਾਂ, ਕਿਉਂਕਿ ਮਹੀਨਾ ਡੇਢ ਮਹੀਨੇ ਦੇ ਲਗਭਗ ਇਹਨਾਂ ਦਾ ਵੀ ਸਮਾਂ ਲੰਘ ਚੁੱਕਿਆ ਹੈਗਾ। ਤੇ ਸਾਨੂੰ ਜਿਵੇਂ ਤੁਸੀਂ ਵੀ ਮੰਤਰੀ ਸਾਹਿਬ ਨਾਲ ਗੱਲ ਕੀਤੀ ਸੀ, ਸਾਨੂੰ ਇਸੇ ਚੀਜ਼ ਦਾ ਹੀ ਡਰ ਹੈਗਾ ਵੀ ਕਿਤੇ ਇਹ ਸਮਾਂ ਗਾ ਜਿਹੜਾ ਉਹ ਵੀ ਗੱਲਾਂ ਦੇ ਵਿੱਚ ਹੀ ਨਾ ਵਿਚ ਅਸੀਂ ਤਾਂ ਉਹਨਾਂ ਨੂੰ ਸਾਫ਼-ਸਾਫ਼ ਇੱਕ ਗੱਲ ਪੁੱਛੀ ਕਿ ਥੋੜਾ ਹੀ ਸਮਾਂ ਰਹਿ ਗਿਆ, ਦਸੰਬਰ ਜਾਂ ਜਨਵਰੀ ਦੇ ਵਿੱਚ ਚੋਣ ਜ਼ਾਬਤਾ ਲੱਗ ਜਾਣਗੀਆਂ। ਉਹਨਾਂ ਦਾ ਕਹਿਣਾ ਇਹਨਾਂ ਦਾ ਚੋਣਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਇਹਨਾਂ ਨੂੰ ਨੌਕਰੀਆਂ ਮਿਲਣਗੀਆਂ। ਦੇਖੋ ਚੋਣਾਂ ਦੇ ਨਾਲ ਇਹ ਹੈਗਾਗਾ, ਕਿਉਂਕਿ ਹੁਣ ਇਹ ਇਕੱਲੀਆਂ ਸਾਨੂੰ ਇਹ ਗੱਲਾਂ ਨੇ, ਫਿਰ ਉਹ ਚੋਣਾਂ ਦੀ ਲਪੇਟ ਦੇ ਵਿੱਚ ਇੱਕ ਇਹਨਾਂ ਨੂੰ ਬਹਾਨਾ ਮਿਲ ਜਾਣਾਗਾ। ਅੱਜ ਸਾਨੂੰ ਆਸ ਲੱਗੀ ਆ, ਉਮੀਦ ਲੱਗੀ ਆ, ਵਿਚਾਰਾਂ ਇਹਨਾਂ ਨੇ ਚੰਗੀਆਂ ਕੀਤੀਆਂ ਨੇ, ਅਸੀਂ 5 ਸਾਲ ਤੋਂ ਇਹਨਾਂ ਦੇ ਵਿਚਾਰ ਹੀ ਸੁਣਦੇ ਆ ਰਹੇ ਹਾਂਗੇ। ਪ੍ਰਸ਼ਾਸਨ ਆ ਜਿਹੜਾ ਉਹ ਵੀ ਬੜੀ ਜ਼ਿਆਦਤੀ ਕਰਦਾਗਾ। ਪਟਿਆਲੇ ਦੇ ਵਿੱਚ ਪਹਿਲਾਂ ਕੈਪਟਨ ਸਰਕਾਰ ਹੈਗੀ, ਉਹ ਕਰਦੀ ਰਹੀ ਹੈਗੀ। ਸੰਗਰੂਰ ਦੇ ਵਿੱਚ ਸੰਗਰੂਰ ਦਾ ਪ੍ਰਸ਼ਾਸਨ ਆ ਜਿਹੜਾ ਉਹ ਕਰਦਾ ਰਿਹਾ ਹੈਗਾ। ਹਰ ਐਕਸ਼ਨ ਦੇ ਵਿੱਚ ਸਾਡੇ ਸਾਥੀ ਆ ਜਿਹੜੇ ਉਹਨਾਂ ਦੀਆਂ ਪੱਗਾਂ ਦਸਤਾਰਾਂ ਉਤਾਰੀਆਂ ਜਾਂਦੀਆਂ ਨੇ, ਭੈਣਾਂ ਦੀਆਂ ਚੁੰਨੀਆਂ ਉਤਾਰੀਆਂ ਜਾਂਦੀਆਂ ਨੇ। ਕਹਿਣ ਦਾ ਮਤਲਬ ਹੈਗਾ ਪ੍ਰਸ਼ਾਸਨ ਜਿੱਥੇ ਵੀ ਅਸੀਂ ਆਪਣਾ ਸੰਘਰਸ਼ ਕਰਦੇ ਹਾਂ, ਪ੍ਰਸ਼ਾਸਨ ਵੱਲੋਂ ਵੀ ਸਾਡੇ ਨਾਲ ਜ਼ਿਆਦਤੀ ਕੀਤੀ ਜਾਂਦੀ ਹੈ, ਤੇ ਇਹਦੇ ਲਈ ਜਿੱਥੋਂ ਤੱਕ ਜ਼ਿੰਮੇਵਾਰ ਆ, ਮੈਂ ਕਹਿਣਾ ਕਿ ਮੌਕੇ ਦੀ ਪੰਜਾਬ ਸਰਕਾਰ ਆ ਜਿਹੜੀ ਉਹ ਜ਼ਿੰਮੇਵਾਰ ਹੈਗੀ। ਜੇ ਹੁਣ ਮੰਤਰੀ ਸਾਹਿਬ ਹਫ਼ਤੇ ਦਾ ਟਾਈਮ ਦੇ ਕੇ ਗਏ ਨੇ ਕਿ ਤੁਹਾਨੂੰ ਅਸੀਂ ਤੁਹਾਡੀ ਗਿਣਤੀ ਹੈ ਜਿਹੜੀ ਤੁਹਾਡਾ ਪੂਰਾ ਬਿਊਰਾ ਹੈਗਾ ਜਿਹੜਾ ਪੋਸਟਾਂ ਦਾ ਉਹ ਦੇ ਦਿਆਂਗੇ, ਜੇਕਰ ਇਹਨਾਂ ਦਿਨਾਂ ਦੇ ਵਿੱਚ ਸਾਡਾ ਕੋਈ ਜਲਦੀ ਤੋਂ ਜਲਦੀ ਸਰਕਾਰ ਹੱਲ ਨਹੀਂ ਕਰਦੀ। ਉਹਨਾਂ ਦਾ ਇੱਕ ਚੀਜ਼ ਇਹ ਕਹਿਣਾ ਹੈ ਕਿ ਨਵੰਬਰ ਲਾਸਟ ਤੱਕ 20,000 ਪੰਜਾਬ ਦੇ ਵਿੱਚ ਟੀਚਰਾਂ ਦੀ ਭਰਤੀ ਕੀਤੀ ਜਾਏਗੀ। ਇਹ ਚੀਜ਼ ਹੈ ਜਿਹੜੀ ਇਹ ਤਾਂ ਪਹਿਲਾਂ ਸਿੰਗਲਾ ਸਾਹਿਬ ਵੀ ਕਹਿੰਦੇ ਰਹੇ ਨੇ। 31 ਮਾਰਚ 2022 ਦਾ ਤਾਂ ਦੇਖੋ ਇਹ ਬੜਾ ਪੁਰਾਣਾ ਡਾਇਲੌਗ ਹੈ ਇਹਨਾਂ ਦਾ, ਉਹ ਪਤਾ ਨਹੀਂ ਕਦੋਂ, ਇਹ ਪਤਾ ਨਹੀਂ ਤਾਂ 31 ਮਾਰਚ 2022 ਤੋਂ ਬਾਅਦ ਕਰਨਗੇ। ਉਹ ਪ੍ਰਕਿਰਿਆ ਕਿਉਂ ਨਹੀਂ ਚਲਾ ਰਹੇ? ਸਿੰਗਲਾ ਸਾਹਿਬ ਵੀ ਇਹੀ ਸਾਨੂੰ ਕਹਿੰਦੇ ਰਹੇ ਨੇ ਕਿ 31 ਮਾਰਚ 2022 ਤੱਕ ਜਿੰਨੀ ਵੀ ਵੈਕੈਂਸੀ ਰਿਟਾਇਰਮੈਂਟ ਹੁੰਦੀ ਹੈਗੀ ਅਸੀਂ ਉਹ ਤੁਹਾਨੂੰ ਦੇਵਾਂਗੇ। ਅਜੇ ਤੱਕ ਇਹਨਾਂ ਤੋਂ ਐਡਾ ਕਿੱਡਾ ਕੁ ਸਿਸਟਮ ਆਗਾ ਇਹ ਵੀ, ਅਜੇ ਤੱਕ ਕਿੰਨੀ ਕੁ ਵੈਕੈਂਸੀ ਖਾਲੀ ਹੋਣੀ ਆ, ਉਹ ਅੰਕੜੇ ਕਿਉਂ ਨਹੀਂ ਇਹਨਾਂ ਕੋਲੇ ਆ ਰਹੇ? ਅਸੀਂ ਯੂਨੀਅਨ ਨੇ ਇਹ ਫੈਸਲਾ ਕੀਤਾ ਹੋਇਆਗਾ, ਅਸੀਂ ਹੁਣ ਘਰੇ ਨਹੀਂ ਟਿੱਕੇ ਬੈਠਾਂਗੇ। ਜਿੱਥੋਂ ਤੱਕ ਸਾਨੂੰ ਜਿੱਦਾਂ ਦੇ ਵੀ ਐਕਸ਼ਨ ਕਰਨੇ ਪੈਣਗੇ, ਗੁਪਤ ਐਕਸ਼ਨ ਕਰਨੇ ਪੈਣਗੇ, ਅਸੀਂ ਪੰਜਾਬ ਸਰਕਾਰ ਆ ਜਿਹੜੀ ਇਹਦਾ ਡਟ ਕੇ ਵਿਰੋਧ ਕਰਾਂਗੇ। ਤੇ ਇੱਕ ਚੀਜ਼ ਸੀਗੀ ਪ੍ਰਗਟ ਸਿੰਘ ਹੁਣਾਂ ਨੇ ਸਾਫ਼-ਸਾਫ਼ ਕਰ ਦਿੱਤੀ, ਉਹਨਾਂ ਦਾ ਕਹਿਣਾ ਕਿ ਜਿਹੜੇ ਮੈਰਿਟ ਲਿਸਟ ਦੇ ਵਿੱਚ ਆਣਗੇ ਉਹਨਾਂ ਨੂੰ ਹੀ ਨੌਕਰੀਆਂ ਮਿਲਣਗੀਆਂ, ਜਿਹੜੇ ਮੈਰਿਟ ਲਿਸਟ ਦੇ ਵਿੱਚ ਨਹੀਂ ਨੇ ਉਹਨਾਂ ਨੂੰ ਨਹੀਂ। ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਟੀਚਰਾਂ ਵੱਲੋਂ ਟੈਟ ਦੇ ਪੇਪਰ ਜਿਹੜੇ ਆ 2-2 3-3 ਵਾਰੀ ਦੇ ਕੇ ਪਾਸ ਕੀਤੇ ਹੋਏ ਨੇ। ਦੇਖੋ ਸਾਰੇ ਜਿਹੜੇ B.Ed ਕੇਡਰ ਦੇ ਵਿੱਚ ਆ ਸਾਡੇ ਸਾਰੇ ਵੈਲ ਕੁਆਲੀਫਾਈਡ ਸਟੂਡੈਂਟ ਨੇ, ਇਹਦੇ ਵਿੱਚ PhD ਨੈਟ ਕੁਆਲੀਫਾਈਡ। ਜਿਹੜਾ ਟੈਟ ਦਾ ਐਗਜ਼ਾਮ ਆ ਤੁਸੀਂ ਸਾਰੇ ਹੀ ਜਾਣਦੇ ਹੋ, IPS ਲੈਵਲ ਦੇ ਐਗਜ਼ਾਮ ਲੈਵਲ ਦਾ ਹੁੰਦਾ ਗਾ। ਤੇ ਮੰਤਰੀ ਸਾਹਿਬ ਮੈਨੂੰ ਨਹੀਂ ਪਤਾ ਵੀ ਇਹ ਕਿਹੜੇ ਬੇਸ ਤੇ ਗੱਲ ਕਹਿ ਕੇ ਗਏ ਨੇ, ਕਿਉਂਕਿ ਜਦੋਂ ਸਾਡੀ ਵੈਕੈਂਸੀ ਆਊਗੀ, ਜਦੋਂ ਸਾਡਾ ਕੇਡਰ ਐਗਜ਼ਾਮ ਦੇ ਵਿੱਚ ਬੈਠੂਗਾ, ਉਹਦੇ ਚੀਜ਼ ਤੋਂ ਅਸੀਂ ਭੱਜ ਨਹੀਂ ਰਹੇ। ਜਿਹਨੇ ਮਿਹਨਤ ਕੀਤੀ ਹੋਈ ਜਿਹੜੇ ਸਟੂਡੈਂਟ ਨੇ ਉਹ ਅੱਗੇ ਆਊਗਾ। ਜਿੱਥੋਂ ਤੱਕ ਅਸੀਂ ਅੱਜ ਇਹ ਗੱਲ ਕਰਦੇ ਹਾਂ ਵੀ ਸਾਰੇ ਹੀ ਵੈਲ ਕੁਆਲੀਫਾਈ ਨੇ, ਟੈਟ ਪਾਸ ਨੇ, ਅਸੀਂ ਆਪਣੇ ਹੱਕ ਦੇ ਮੁਤਾਬਕ ਆਪਣੀ ਜਿਹੜੀ ਕੁਆਲੀਫਿਕੇਸ਼ਨ ਆ ਉਹਦੇ ਮੁਤਾਬਕ ਅਸੀਂ ਸਰਕਾਰ ਦੇ ਕੋਲ ਆਪਣੀਆਂ ਪੋਸਟਾਂ ਦੀ ਜਿਹੜੀ ਡਿਮਾਂਡ ਆ ਉਹ ਕਰ ਰਹੇ ਹਾਂ। ਮੈਂ ਇੱਕ ਵਾਰੀ ਫੇਰ ਦੱਸਣਾ ਚਾਹਣਾ ਕਿ ਹੁਣ ਸਰਕਾਰ ਕਹਿੰਦੇ ਨੇ ਅਸੀਂ ਵਿਭਾਗ 'ਚ ਪੋਸਟਾਂ ਦਿੱਤੀਆਂ ਨੇ, ਪਰ ਅਸੀਂ ਆਪਣੇ ਵਿਸ਼ਿਆਂ ਦੀ ਗੱਲ ਕਰ ਰਹੇ ਹਾਂ। ਪੰਜਾਬੀ, SST, ਹਿੰਦੀ। ਪੰਜਾਬ ਦੇ ਵਿੱਚ ਸਾਡੇ ਕੋਲੇ ਸਰਚ ਕਰਕੇ ਲੈ ਕੇ ਗਏ ਆ ਅਸੀਂ, RTI ਦੇ ਰਾਹੀਂ ਮਤਲਬ ਕਿ ਆਪਦਾ ਪਹੁੰਚ ਕੀਤੀ ਆ, ਪੂਰੇ ਅੰਕੜੇ ਨੇ। ਪੰਜਾਬ ਦੇ ਵਿੱਚ ਸਰਕਾਰ ਕਹਿ ਰਹੀ ਹੈ ਕਿ 4 ਲੱਖ ਨਵਾਂ ਸਟੂਡੈਂਟ ਆ ਜਿਹੜਾ ਅਸੀਂ ਭਰਤੀ ਕਰ ਲਿਆ, ਪਰ 4 ਲੱਖ ਦੇ ਮੁਤਾਬਕ ਜੇ ਅਸੀਂ ਇਹਨਾਂ ਨੂੰ ਡਿਵਾਈਡ ਕਰੀਏ ਉਹਨਾਂ ਨੂੰ, ਹਾਂਜੀ ਜਿਹੜੇ ਇਹਨਾਂ ਦੇ ਅੰਕੜੇ ਨੇ ਉਹਦੇ ਵਿੱਚ ਇਹ ਕਹਿੰਦੇ ਕਿ 30 ਬੱਚਿਆਂ ਦੇ ਮਗਰ ਇੱਕ ਟੀਚਰ ਚਾਹੀਦਾ। ਤਾਂ ਤੁਸੀਂ ਹਿਸਾਬ ਲਾ ਕੇ ਦੇਖੋ, ਜੇਕਰ 4 ਲੱਖ ਨਵਾਂ ਸਟੂਡੈਂਟ ਆਇਆ ਤਾਂ ਵੈਕੈਂਸੀ ਹੈ ਜਿਹੜੀ ਟੀਚਰ ਦੀ ਉਹ ਵੀ ਕਿੰਨੀ ਬਣਦੀ ਹੈਗੀ। ਤੇ ਬਾਕੀ ਮੈਂ ਇੱਕ ਹੋਰ ਗੱਲ ਕਰਨੀ ਚਾਹਣਾਗਾ, ਤੇ ਆਪਣਾ ਮੰਤਰੀ ਸਾਹਿਬ ਤੇ ਪੰਜਾਬ ਸਰਕਾਰ ਹੈ ਜਿਹੜੀ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ CBSE ਜਿਹੜਾ ਸਿਲੇਬਸ ਆ ਉਹਦੇ ਵਿੱਚੋਂ ਪੰਜਾਬੀ ਨੂੰ ਬਾਹਰ ਕਰਨ ਤੇ ਬੜੀ ਚਿੰਤਾ ਪ੍ਰਗਟ ਕੀਤੀ ਇਹਨਾਂ ਨੇ। ਆਪਣਾ ਪ੍ਰਗਟ ਸਾਹਿਬ ਵੀ ਇਹ ਵੀ ਕਹਿੰਦੇ ਨੇ ਕਿ ਮੈਂ ਪੰਜਾਬੀ ਦੇ ਪ੍ਰਤੀ ਬੜਾ ਚਿੰਤਾ ਜ਼ਾਹਰ ਕਰਦਾਗਾ, ਪੰਜਾਬੀ ਸਾਡੀ ਮਾਂ ਬੋਲੀ ਹੈ। ਪਰ ਮੈਂ ਮੰਤਰੀ ਸਾਹਿਬ ਨੂੰ ਤੁਹਾਡੇ ਮੀਡੀਆ ਦੇ ਰਾਹੀਂ ਇਹ ਵੀ ਪੁੱਛਣਾ ਚਾਹਣਾਗਾ ਕਿ ਪੰਜਾਬ ਦੇ ਵਿੱਚ ਪੰਜਾਬੀ ਦਾ ਹਾਲ ਦੇਖੋ ਪਲੀਜ਼। ਪੰਜਾਬ ਦੇ ਸਕੂਲਾਂ ਦੇ ਵਿੱਚ ਕੀ ਹਾਲ ਨੇ? ਅਨਟ੍ਰੇਨਡ ਟੀਚਰ ਨੇ ਜਿਹੜੇ, ਅਨਟ੍ਰੇਨਡ ਦਾ ਮਤਲਬ ਇਹ ਹੈਗਾ ਕਿ ਜੁਆਇਨਿੰਗ ਨਹੀਂ ਜੁਆਇਨਿੰਗ ਉਹਨਾਂ ਦੀ ਇੰਗਲਿਸ਼ ਦੇ ਬੇਸ 'ਤੇ ਹੋਈ ਹੈ, ਪੜ੍ਹਾ ਉਹ SST ਰਿਹਾ। ਟੀਚਰ ਉਹ ਸਾਇੰਸ ਦਾ ਹੈਗਾ, ਪੜ੍ਹਾ ਉਹ ਪੰਜਾਬੀ ਰਿਹਾ। ਟੀਚਰ ਹਿੰਦੀ ਦਾ ਹੈਗਾ, ਪੜ੍ਹਾ ਕੋਈ ਹੋਰ ਸਬਜੈਕਟ ਰਿਹਾ। ਕਹਿਣ ਦਾ ਮਤਲਬ ਇਹ ਹੈ ਵੀ ਸਰਕਾਰ ਇੱਦਾਂ ਹੀ ਖਾਨਾ ਪੂਰਤੀ ਕਰ ਰਹੀ ਹੈ। ਸਾਡੀ ਸਰਕਾਰ ਕੋਲ ਇਹ ਡਿਮਾਂਡ ਆ ਕਿ ਜਿਹੜੀ ਸਕੋਪ ਜਿਹਦਾ ਪਕੜ ਹੈਗੀ ਸਬਜੈਕਟ ਦੇ ਵਿੱਚ, ਜੇਕਰ ਪੰਜਾਬੀ ਦਾ ਟੀਚਰ ਆ ਤਾਂ ਪੰਜਾਬੀ ਹੀ ਪੜ੍ਹਾਵੇ, SST ਦਾ ਤਾਂ SST ਪੜ੍ਹਾਵੇ। ਇਹ ਇੱਦਾਂ ਚੀਜ਼ਾਂ ਸਰਕਾਰ ਹੈ ਜਿਹੜੀ ਮਤਲਬ ਕਿ ਸਾਡੀਆਂ ਜਿਹੜੀਆਂ ਪੋਸਟਾਂ ਨੇ ਉਹਨਾਂ ਨੂੰ ਮਾਰ ਰਹੀ ਹੈ। ਜਿਹੜਾ ਲੜਕਾ ਜਲੰਧਰ ਦੇ ਬੱਸ ਸਟੈਂਡ ਦੇ ਵਿੱਚ ਪਾਣੀ ਦੀ ਟੈਂਕੀ ਦੇ ਉੱਤੇ ਚੜਿਆ, ਉਹਦਾ ਤੁਸੀਂ ਕਿਹਾ ਕਿ ਉਹਨਾਂ ਨੂੰ ਜਾ ਕੇ ਥੱਲੇ ਲਾਇਆ ਜਾਵੇ, ਪਰ ਉਹਨਾਂ ਵੱਲੋਂ ਸਾਫ਼ ਹੀ ਇਨਕਾਰ ਮਨਾ ਕੀਤਾ। ਦੇਖੋ ਅਸਲ ਦੇ ਵਿੱਚ ਸਾਰਾ ਵਰਗਾ ਜਿਹੜਾ ਸਾਡਾ ਵੈਲ ਐਜੂਕੇਟਡ ਆ, ਅਸੀਂ ਪਿਆਰ ਦੇ ਨਾਲ ਬੜੀਆਂ ਇਹਨਾਂ ਨੂੰ ਮਤਲਬ ਕਿ ਆਪਣੀਆਂ ਰਿਕੁਐਸਟਾਂ ਮਿੰਨਤਾਂ ਕਰਕੇ ਦੇਖ ਚੁੱਕੇ ਹਾਂ। ਅਖੀਰ ਨੂੰ ਸਾਨੂੰ ਇਦਾਂ ਦੇ ਜਿਹੜੇ ਹੱਥ ਕੰਡੇ ਨੇ ਉਹ ਅਪਣਾਉਣੇ ਪੈ ਰਹੇ ਨੇ।
ਇਹ ਅੱਜ ਕਿਉਂ ਉਹ ਸਾਥੀ ਚੜਿਆ, ਉਹ ਇਹਨਾਂ ਨਲਾਇਕ ਸਰਕਾਰਾਂ ਦੀ ਬਦੌਲਤ ਆ ਜਿਹੜਾ ਅੱਜ ਪੰਜਾਬ ਦਾ ਜਿਹੜਾ ਯੂਥ ਆ ਉਹ ਬਾਹਰ ਨੂੰ ਜਾ ਰਿਹਾ। ਜਿਹੜਾ ਕੋਈ ਬਾਹਰ ਜਾਣ ਦੇ ਯੋਗ ਨਹੀਂ ਹੈਗਾ ਉਹਨਾਂ ਨੂੰ ਇਦਾਂ ਆਪਦੀ ਮਤਲਬ ਕਿ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਪੰਜਾਬ ਦੀ ਸਰਕਾਰ ਤੋਂ ਰੁਜ਼ਗਾਰ ਮੰਗਣਾ ਪੈ ਰਿਹਾ ਹੈਗਾ। ਸੋ ਬਿਲਕੁਲ ਜਿਵੇਂ ਅਸੀਂ ਟੀਚਰਾਂ ਦੇ ਨਾਲ ਵੀ ਗੱਲਬਾਤ ਕੀਤੀ, ਕੈਬਨਿਟ ਮੰਤਰੀ ਪ੍ਰਗਟ ਸਿੰਘ ਹੁਣਾਂ ਦੇ ਨਾਲ ਵੀ ਗੱਲਬਾਤ ਕੀਤੀ। ਉਹਨਾਂ ਦਾ ਕਹਿਣਾ ਕਿ ਨਵੰਬਰ ਲਾਸਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ 20,000 ਟੀਚਰਾਂ ਦੀ ਭਰਤੀ ਕੀਤੀ ਜਾਏਗੀ, ਪਰ ਜਦੋਂ ਟੀਚਰਾਂ ਵੱਲੋਂ ਆਣ ਕੇ ਉਦਘਾਟਨ ਦੇ ਵਿੱਚ ਗੋਲਡਨ ਐਵੀਨਿਊ ਦੇ ਵਿੱਚ ਆਣ ਕੇ ਪ੍ਰਗਟ ਸਿੰਘ ਹੁਣਾਂ ਨੇ ਜਿੱਥੇ ਉਦਘਾਟਨ ਕਰਨਾ ਸੀ ਉੱਥੇ ਆਣ ਕੇ ਉਹਨਾਂ ਵੱਲੋਂ ਆਪਣਾ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਕਿ ਸਾਡੀਆਂ ਜੋ ਭਰਤੀਆਂ ਨੇ, ਸਾਡੀਆਂ ਜੋ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ। ਉਹਨਾਂ ਵੱਲੋਂ ਸਾਫ਼ ਹੀ ਕਹਿ ਦਿੱਤਾ ਗਿਆ ਸੀਗਾ ਕਿ ਜਿਹੜੇ ਮੈਰਿਟ ਲਿਸਟ ਦੇ ਵਿੱਚ ਹੋਣਗੇ ਉਹਨਾਂ ਦੀ ਭਰਤੀ ਕੀਤੀ ਜਾਏਗੀ, ਜਿਹੜੇ ਮੈਰਿਟ ਲਿਸਟ ਚੋਂ ਬਾਹਰ ਹੋਣਗੇ ਉਹਨਾਂ ਦੀ ਨਹੀਂ। ਪਰ ਉਹਨਾਂ ਦੀਆਂ ਮੰਗਾਂ ਦਾ ਜੋ ਮੰਗ ਪੱਤਰ ਆ ਪ੍ਰਗਟ ਸਿੰਘ ਹੁਣਾਂ ਵੱਲੋਂ ਲੈ ਲਿੱਤਾ ਗਿਆ। ਉਹਨਾਂ ਵੱਲੋਂ ਇਹ ਸਾਫ਼-ਸਾਫ਼ ਕਹਿ ਦਿੱਤਾ ਗਿਆ ਕਿ ਜਿੱਥੇ ਮੈਂ ਕੰਮ ਕਰਦਾ, ਮੈਂ ਪੂਰੇ ਦਿਨ ਦੇ ਵਿੱਚ 18 ਘੰਟੇ ਕੰਮ ਕਰਦਾ ਹਾਂ, ਉਹਦੇ ਬਾਅਦ ਤੁਸੀਂ ਜਿੱਥੇ ਮੈਂ ਕੰਮ ਕਰਦਾ ਉੱਥੇ ਆਣ ਕੇ ਮੈਨੂੰ ਮੰਗ ਪੱਤਰ ਦਿਓ, ਉੱਥੇ ਆਣ ਕੇ ਮੈਨੂੰ ਮਿਲੋ, ਪਰ ਮੇਰੀ ਰਿਹਾਇਸ਼ ਦੇ ਉੱਤੇ ਮੇਰੇ ਘਰੇ ਮੇਰੇ ਮਾਪੇ ਨੇ ਉਹਨਾਂ ਦੇ ਉੱਥੇ ਜਾ ਕੇ ਨਾ ਪ੍ਰਦਰਸ਼ਨ ਕੀਤੇ ਜਾਣ। ਤੇ ਇਹ ਚੀਜ਼ ਨੂੰ ਦੇਖਦੇ ਹੋਏ ਉਹਨਾਂ ਵੱਲੋਂ ਕਹਿ ਦਿੱਤਾ ਗਿਆ ਮੰਗ ਪੱਤਰ ਲੈ ਕੇ ਕਿ ਇਹਨਾਂ ਦੀਆਂ ਮੰਗਾਂ ਜਾਂ ਇਹਨਾਂ ਦੀ ਮੀਟਿੰਗ ਜੋ ਇੱਕ ਸਰਕਾਰ ਦੇ ਨਾਲ ਦੁਬਾਰਾ ਰੱਖ ਦਿੱਤੀ ਜਾਏਗੀ ਤੇ ਕੋਸ਼ਿਸ਼ ਇਹ ਕਰਨਗੇ ਕਿ ਜਿੰਨੀ ਕਿ ਜਲਦੀ ਹੱਲ ਹੋ ਸਕਦਾ ਕਰਨ ਦੀ ਕੋਸ਼ਿਸ਼ ਕਰਨਗੇ। ਜਲੰਧਰ ਤੋਂ ਕੈਮਰਾਮੈਨ ਸ਼ੁਭਮ ਗਿੱਲ ਦੇ ਨਾਲ ਰਵੀ ਗਿੱਲ ਦੀ ਰਿਪੋਰਟ। ਪੰਜਾਬ ਦੇ ਜਲੰਧਰ ਸ਼ਹਿਰ ਰਣਕ ਬਾਜ਼ਾਰ ਦੀ ਸ਼ਾਨ ਫੈਂਸੀ ਕਲੈਕਸ਼ਨ ਦੇ ਚਾਰੇ ਪਾਸੇ ਹੋ ਰਹੇ ਚਰਚੇ, ਜਿੱਥੋਂ ਕੋਡੀਆਂ ਦੇ ਭਾਅ ਖਰੀਦੋ ਲਗਜ਼ਰੀ ਕੱਪੜੇ, ਲਹਿੰਗਾ, ਸੂਟ, ਸ਼ਰਾਰਾ, ਗਰਾਰਾ, ਪਲਾਜ਼ੋ ਸੂਟ, ਮੈਰਿਜ ਸੂਟ, ਪਾਰਟੀ ਸੂਟ, ਹਰ ਇੱਕ ਵੈਰਾਈਟੀ ਮਿਲੇਗੀ ਆਸਾਨੀ ਦੇ ਨਾਲ। ਜੇਕਰ ਖਰੀਦਣਾ ਚਾਹੁੰਦੇ ਹੋ ਆਪਣੇ ਮਨਪਸੰਦ ਦੇ ਕੱਪੜੇ ਤਾਂ ਦੇਰ ਨਾ ਕਰੋ, ਹੁਣੇ ਪਹੁੰਚੋ ਫੈਂਸੀ ਕਲੈਕਸ਼ਨ। ਇਹੀ ਨਹੀਂ, ਤੁਸੀਂ ਵੀ ਇਹਨਾਂ ਨਾਲ ਜੁੜ ਕੇ ਨਵਾਂ ਕੰਮ ਕਰ ਸਕਦੇ ਹੋ ਸ਼ੁਰੂ ਤੇ ਕਮਾ ਸਕਦੇ ਹੋ ਲੱਖਾਂ ਰੁਪਏ। ਵਧੇਰੇ ਜਾਣਕਾਰੀ ਲਈ ਹੁਣੇ ਕਰੋ ਸੰਪਰਕ, ਫੋਨ ਨੰਬਰ 9888195703।